सत श्री अकाल जी। मैं तनवीर कौर, असिस्टेंट प्रोफैसर पंजाबी एट बाबा मोनी जी कॉलेज, लहरा मुहब्बत। ਅੱਜ मैं टीचिंग ऑफ पंजाबी विषय ਦੇ ਨਾਲ ਸੰਬੰਧਿਤ ਆਪਣਾ ਉਪ ਵਿਸ਼ਾ ਲੈ ਕੇ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਤੁਹਾਡੇ ਸਾਹਮਣੇ ਪੇਸ਼ ਹੋਈ ਹਾਂ। ਦ੍ਰਿਸ਼ਟੀ ਸਰੋਤ ਸਹਾਇਕ ਸਾਧਨਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਵਿਚਾਰ ਕਰਾਂਗੇ ਕਿ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਅਸਲ ਦੇ ਵਿੱਚ ਹੁੰਦੇ ਕੀ ਨੇ। ਭਾਸ਼ਾ ਅਧਿਆਪਨ ਦੇ ਵਿੱਚ ਕੀ ਹੈ, ਦ੍ਰਿਸ਼ਟੀ ਸਰੋਤ ਸਹਾਇਕ ਸਾਧਨਾਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਅਸਲ ਵਿੱਚ ਇਹ ਦ੍ਰਿਸ਼ ਸ਼ਰਵ ਸਹਾਇਕ ਸਮੱਗਰੀ ਉਹ ਉਪਕਰਨ ਜਾਂ ਯੰਤਰ ਹੁੰਦੇ ਹੈ ਜਿਨ੍ਹਾਂ ਦੀ ਵਰਤੋਂ ਦੇ ਦੁਆਰਾ ਇੱਕ ਅਧਿਆਪਕ ਹੈ ਜਿਹੜਾ ਅਧਿਆਪਨ ਨੂੰ ਹੋਰ ਵਧੀਆ, ਰੌਚਕ, ਪ੍ਰਭਾਵਸ਼ਾਲੀ, ਸੰਜੀਵ, ਉਪਯੋਗੀ, ਲਾਹੇਵੰਦ, ਸਫਲ ਅਤੇ ਪ੍ਰੇਰਕ ਬਣਾ ਸਕਦਾ ਹੈ। ਮਾਤ ਭਾਸ਼ਾ ਦੀ ਸਿੱਖਿਆ ਲਈ ਇਹਨਾਂ ਦੀ ਮਹੱਤਤਾ ਉਦੋਂ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਜ਼ਿਆਦਾਤਰ ਬੱਚੇ ਇਸ ਨੂੰ ਸੌਖੀ ਅਤੇ ਆਮ ਭਾਸ਼ਾ ਸਮਝ ਕੇ ਇਸ ਦੇ ਵਿੱਚ ਰੁਚੀ ਨਹੀਂ ਦਿਖਾਉਂਦੇ ਅਤੇ ਵਿਦਿਆਰਥੀਆਂ ਦਾ ਧਿਆਨ ਆਕਰਸ਼ਿਤ ਕਰਨ ਲਈ ਇਹਨਾਂ ਉਪਕਰਨਾਂ ਅਤੇ ਸਮੱਗਰੀ ਦਾ ਮਹੱਤਵ ਇਸੇ ਲਈ ਮਾਤ ਭਾਸ਼ਾ ਦੀ ਸਿੱਖਿਆ ਵਿੱਚ ਕਈ ਗੁਣਾ ਵੱਧ ਜਾਂਦਾ ਹੈ। ਬਹੁਤ ਸਾਰੇ ਮਨੋਵਿਗਿਆਨੀ ਕੀ ਕਹਿੰਦੇ ਹੈ ਕਿ ਅਧਿਆਪਨ ਮਾਹਰਾਂ, ਸਿੱਖਿਆ ਸ਼ਾਸਤਰੀਆਂ ਅਤੇ ਅਨੁਭਵੀ ਅਧਿਆਪਕਾਂ ਨੇ ਅਧਿਆਪਨ ਨੂੰ ਕਾਮਯਾਬ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵੱਖ-ਵੱਖ ਸਹਾਇਕ ਸਮੱਗਰੀ ਦੀ ਵਰਤੋਂ ਦੀ ਸਿਫਾਰਿਸ਼ ਕੀਤੀ ਹੈ ਤਾਂ ਜੋ ਸਿੱਖਿਆ ਪ੍ਰਬੰਧਾਂ ਦੇ ਉਦੇਸ਼ ਦੀ ਪੂਰਤੀ ਹੋ ਸਕੇ। ਮਤਲਬ ਸਿੱਖਿਆ ਪ੍ਰਬੰਧ ਨੇ ਜਿਹੜੇ ਉਹ ਪੂਰੀ ਤਰ੍ਹਾਂ ਉਹਨਾਂ ਦੇ ਉਦੇਸ਼ਾਂ ਤੱਕ ਪਹੁੰਚਿਆ ਜਾ ਸਕੇ। ਕੌਮੀ ਸਿੱਖਿਆ ਨੀਤੀ ਵਿੱਚ ਵੀ ਇਹਨਾਂ ਦੀ ਵਰਤੋਂ ਕਰਨ ਦੇ ਉੱਪਰ ਜ਼ੋਰ ਦਿੱਤਾ ਗਿਆ। ਇੱਥੇ ਇਹ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਦ੍ਰਿਸ਼ ਸਰੋਤ ਸਹਾਇਕ ਸਾਧਨ ਇਹੋ ਜਿਹੇ ਔਜ਼ਾਰ ਹੁੰਦੇ ਹੈ ਜਿਨ੍ਹਾਂ ਦੇ ਵਿੱਚ ਵਿਅਕਤੀ ਜਾਂ ਵਿਦਿਆਰਥੀ ਦਾ ਧਿਆਨ ਦੇ ਨਾਲ ਨਾਲ ਨਜ਼ਰ ਅਤੇ ਸੁਣਨ ਸ਼ਕਤੀ ਦੀ ਵੀ ਵਰਤੋਂ ਹੁੰਦੀ ਹੈ। ਕਿਸੇ ਵੀ ਖਾਸ ਸਮੇਂ 'ਤੇ ਰੁਚੀ ਤੇਜ਼ ਤੀਬਰ ਕਰਨ ਦੇ ਲਈ ਇਹ ਸਾਧਨ ਬਹੁਤ ਜ਼ਿਆਦਾ ਢੁਕਵੇਂ ਨੇ, ਪਰ ਇਹ ਆਪਣੇ ਆਪ ਵਿੱਚ ਇੱਕ ਟੀਚਾ ਹੋਣ ਦੀ ਥਾਂ ਟੀਚਾ ਪ੍ਰਾਪਤੀ ਦਾ ਸਾਧਨ ਹਨ। ਇੱਕ ਅਧਿਆਪਕ ਇਹਨਾਂ ਨੂੰ ਟੀਚਾ ਮੰਨ ਕੇ ਨਹੀਂ ਚੱਲ ਸਕਦਾ, ਸਗੋਂ ਇਹ ਸਿਰਫ ਅਧਿਆਪਕ ਦੀ ਟੀਚਾ ਪ੍ਰਾਪਤੀ ਦੇ ਸਾਧਨ ਨੇ। ਮਤਲਬ ਅਧਿਆਪਕ ਨੇ ਜਿਹੜਾ ਵੀ ਆਪਣਾ ਵਿਸ਼ਾ ਕਲਾਸ ਦੇ ਵਿੱਚ ਪੜ੍ਹਾਉਣਾ ਹੈ ਉਸ ਵਿਸ਼ੇ ਦੇ ਨਾਲ ਸੰਬੰਧਿਤ ਉਹ ਇਹ ਦ੍ਰਿਸ਼ਟੀ ਸਰੋਤ ਸਹਾਇਕ ਸਾਧਨਾਂ ਦੀ ਵਰਤੋਂ ਕਰ ਸਕਦਾ ਹੈ, ਨਾ ਕਿ ਇਹਨਾਂ ਨੂੰ ਆਪਣਾ ਮੁੱਖ ਵਿਸ਼ਾ ਬਣਾ ਸਕਦਾ ਹੈ। ਦ੍ਰਿਸ਼ਟੀ ਸਰੋਤ ਸਹਾਇਕ ਸਾਧਨਾਂ ਦੀ ਵਰਤੋਂ ਹੈ ਜਿਹੜੀ ਉਹ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਦ੍ਰਿਸ਼ਟੀ ਸਰੋਤ ਸਹਾਇਕ ਸਾਧਨਾਂ ਦੇ ਵਿੱਚ ਆਮ ਤੌਰ 'ਤੇ ਹੁੰਦਾ ਕੀ ਹੈ, ਇਹ ਦ੍ਰਿਸ਼ਟੀ ਸਰੋਤ ਸਾਧਨ 3 ਸ਼ਬਦਾਂ ਦਾ ਜੋੜ ਹੈ। ਦ੍ਰਿਸ਼ਟੀ ਹੈ, ਸਰੋਤ ਹੈ ਅਤੇ ਸਾਧਨ। ਦ੍ਰਿਸ਼ਟੀ ਸ਼ਬਦ ਦੇਖਣ ਦਾ ਭਾਵ ਹੈ, ਸਰੋਤ ਸ਼ਬਦ ਸੁਣਨਾ ਦੇ ਨਾਲ ਸੰਬੰਧਿਤ ਹੈ ਅਤੇ ਸਾਧਨ ਉਹ ਮਾਧਿਅਮ ਜਾਂ ਵਸਤੂ ਜਿਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦ੍ਰਿਸ਼ਟੀ ਸਰੋਤ ਸਾਧਨ ਉਹ ਸਾਧਨ ਨੇ ਜਿਨ੍ਹਾਂ ਨੂੰ ਵੇਖਿਆ, ਸੁਣਿਆ ਜਾਂ ਵਿਖਾਇਆ ਵੀ ਜਾ ਸਕੇ ਅਤੇ ਸੁਣਿਆ ਵੀ। ਇਹਨਾਂ ਦੇ ਵਿੱਚ ਕੀ ਕੀ ਚੀਜ਼ਾਂ ਆ ਜਾਂਦੀਆਂ ਨੇ? ਚਾਰਟ, ਤਸਵੀਰਾਂ, ਰੇਡੀਓ, ਟੀਵੀ ਅਤੇ ਟੇਪ ਰਿਕਾਰਡਰ ਆਦਿ ਸਾਰਾ ਕੁਛ ਇਹਨਾਂ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ। ਅਤੇ ਬਹੁਤ ਸਾਰੇ ਵਿਗਿਆਨੀਆਂ ਨੇ, ਬਹੁਤ ਸਾਰੇ ਵਿਦਵਾਨਾਂ ਨੇ ਦ੍ਰਿਸ਼ਟੀ ਸਰੋਤ ਸਾਧਨਾਂ ਦੀਆਂ ਜਿਹੜੀਆਂ ਆਪਣੀਆਂ ਆਪਣੀਆਂ ਪਰਿਭਾਸ਼ਾਵਾਂ ਦਿੱਤੀਆਂ ਨੇ, ਪਰ ਇੱਥੇ ਅਸੀਂ ਇੱਕ ਪਰਿਭਾਸ਼ਾ E.C. ਡੈਂਟ ਦੀ ਜਿਹੜੀ ਹੈ ਉਸ 'ਤੇ ਵਿਚਾਰ ਕਰਦੇ ਹਾਂ। ਦ੍ਰਿਸ਼ਟੀ ਸਰੋਤ ਸਹਾਇਕ ਸਮੱਗਰੀ ਉਹ ਸਮੱਗਰੀ ਹੈ ਜੋ ਸ਼੍ਰੇਣੀ ਵਿੱਚ ਜਾਂ ਹੋਰ ਸਿੱਖਿਆ ਪ੍ਰਸਥਿਤੀਆਂ ਵਿੱਚ ਲਿਖਤ ਜਾਂ ਬੋਲੀ ਗਈ ਪਾਠ ਸਮੱਗਰੀ ਨੂੰ ਸਮਝਣ ਵਿੱਚ ਸਹਾਇਤਾ ਕਰਦੀ ਹੈ। ਇਸ ਦਾ ਮਤਲਬ ਕੀ ਹੈ? ਉਹਨਾਂ ਦੇ ਅਨੁਸਾਰ ਕੀ ਹੈ ਕਿ ਇਹੋ ਜਿਹੀ ਸਮੱਗਰੀ ਜਿਹੜੀ ਨੂੰ ਜਾਂ ਤਾਂ ਇੱਕ ਅਧਿਆਪਕ ਇੱਕ ਸ਼੍ਰੇਣੀ ਦੇ ਵਿੱਚ ਵਰਤਦਾ ਹੈ ਜਾਂ ਫਿਰ ਹੋਰ ਸਿੱਖਿਆ ਪ੍ਰਸਥਿਤੀਆਂ, ਮਤਲਬ ਜਦੋਂ ਅਸੀਂ ਉਚੇਰੀ ਸਿੱਖਿਆ ਦੇ ਵਿੱਚ ਵੀ ਸੈਮੀਨਾਰ ਜਾਂ ਕਾਨਫਰੰਸਾਂ ਦੇ ਵਿੱਚ ਪਾਰਟੀਸਪੇਟ ਕਰਦੇ ਹਾਂ, ਭਾਗ ਲੈਂਦੇ ਹਾਂ, ਤਾਂ ਉੱਥੇ ਵੀ ਲਿਖਤ ਕੰਮ ਦੇ ਲਈ ਜਾਂ ਬੋਲ ਚਾਲ ਦੇ ਲਈ ਜਿਹੜੀ ਪਾਠ ਸਮੱਗਰੀ ਵਰਤੀ ਜਾਂਦੀ ਹੈ ਉਹਦੇ ਲਈ ਵੀ ਬਹੁਤ ਸਾਰੇ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਆਮ ਤੌਰ 'ਤੇ ਉੱਥੇ ਪ੍ਰੋਜੈਕਟਰ ਵਗੈਰਾ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ। ਅਤੇ ਇਸ ਤਰ੍ਹਾਂ ਇਹ ਜਿਹੜੀ ਸਾਰੀ ਸਮੱਗਰੀ ਸਾਡੇ ਪਾਠ ਸਮੱਗਰੀ ਨੂੰ ਜਾਂ ਸਾਡੇ ਵਿਸ਼ੇ ਨੂੰ ਸਮਝਾਉਣ ਦੇ ਵਿੱਚ ਸਾਡੀ ਮਦਦ ਕਰਦੀ ਹੈ, ਉਹ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਬਣ ਜਾਂਦੇ ਹੈ। ਉਸ ਤੋਂ ਬਾਅਦ ਆਉਂਦਾ ਹੈ ਦ੍ਰਿਸ਼ਟੀ ਸਰੋਤ ਸਹਾਇਕ ਸਾਧਨਾਂ ਦੀ ਲੋੜ ਅਤੇ ਮਹੱਤਵ। ਲੋੜ ਅਤੇ ਮਹੱਤਵ ਦੇ ਵਿੱਚ ਕੀ ਆਉਂਦਾ ਹੈ ਕਿ ਇਹਨਾਂ ਸਾਧਨਾਂ ਦੀ ਕਿਸੇ ਵੀ ਵਿਸ਼ੇ ਦੇ ਅਧਿਆਪਨ ਦੇ ਲਈ ਬਹੁਤ ਜ਼ਿਆਦਾ ਜ਼ਰੂਰਤ ਹੈ। ਕਿਉਂਕਿ ਇਹਨਾਂ ਦੇ ਵਿੱਚ 2 ਗਿਆਨ ਇੰਦਰੀਆਂ ਸੁਣਨ ਅਤੇ ਸਮਝਣ ਸ਼ਾਮਲ ਹੁੰਦੀਆਂ ਨੇ। ਇੱਕ ਵਿਦਿਆਰਥੀ
ਕੰਨਾਂ ਦੇ ਨਾਲ ਸੁਣਦਾ ਵੀ ਹੈ ਤੇ ਅੱਖਾਂ ਦੇ ਨਾਲ ਵੇਖਦਾ ਵੀ ਹੈ। ਫਿਰ ਉਸ ਤੋਂ ਬਾਅਦ ਉਸ ਚੀਜ਼ ਨੂੰ ਉਹ ਸਾਰੀ ਨੂੰ ਸਮਝ ਜਾਂਦਾ ਹੈ। ਕਈ ਵਾਰੀ ਇਹਨਾਂ ਦੇ ਵਿੱਚ ਸਪਰਸ਼, ਸੁੰਘਣ ਤੇ ਸਵਾਦ ਦੀਆਂ ਗਿਆਨ ਇੰਦਰੀਆਂ ਵੀ ਸ਼ਾਮਲ ਹੋ ਜਾਂਦੀਆਂ ਨੇ, ਜਿਸ ਨਾਲ ਸਿੱਖਣ ਸ਼ਕਤੀ ਦਾ ਖੂਬ ਵਿਕਾਸ ਹੋ ਸਕਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਦ੍ਰਿਸ਼ ਸ਼ਰਵ ਸਹਾਇਕ ਸਾਧਨ ਉਹ ਔਜ਼ਾਰ ਨੇ ਜਿਹੜੇ ਕਿ ਵਿਦਿਆਰਥੀ ਦੇ ਸਾਹਮਣੇ ਜ਼ੁਬਾਨੀ ਜਾਂ ਲਿਖਤੀ ਜਾਂ ਦੋਵੇਂ ਢੰਗਾਂ ਦੇ ਨਾਲ ਗਿਆਨ ਪੇਸ਼ ਕਰਨ ਵਿੱਚ ਸਹਾਇਤਾ ਕਰਦੇ ਨੇ। ਇਸੇ ਕਰਕੇ ਹੀ ਇਹਨਾਂ ਦ੍ਰਿਸ਼ਟੀ ਸਰੋਤ ਸਹਾਇਕ ਸਾਧਨਾਂ ਦੀ ਵਰਤੋਂ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਆਮ ਤੌਰ 'ਤੇ ਮਨੋਵਿਗਿਆਨੀ ਵੀ ਇਹੀ ਗੱਲਾਂ ਮੰਨਦੇ ਨੇ ਕਿ ਵਿਦਿਆਰਥੀ ਸਿੱਖਣ ਦੇ ਵੇਲੇ ਜਿੰਨੀਆਂ ਵੱਧ ਗਿਆਨ ਇੰਦਰੀਆਂ ਦੀ ਵਰਤੋਂ ਕਰਨਗੇ ਉਤਨਾ ਹੀ ਉਹ ਵੱਧ ਸਿੱਖਦੇ ਨੇ। ਅਤੇ ਵਿਦਿਆਰਥੀ ਗਿਆਨ ਇੰਦਰੀਆਂ ਦੀ ਵਰਤੋਂ ਉਦੋਂ ਕਰਦੇ ਨੇ ਜਦੋਂ ਉਹਨਾਂ ਨੂੰ ਅਧਿਆਪਕ ਦੁਆਰਾ ਪੜ੍ਹਾਏ ਜਾਂਦੇ ਵਿਸ਼ੇ ਦੇ ਨਾਲ ਸੰਬੰਧਿਤ ਸਹਾਇਕ ਸਮੱਗਰੀ ਹੈ ਜਿਹੜੀ ਕਲਾਸ ਦੇ ਵਿੱਚ ਲਿਜਾਈ ਜਾਂਦੀ ਹੈ ਅਤੇ ਅਧਿਆਪਕ ਉਸ ਸਮੱਗਰੀ ਦੀ ਜਾਂ ਉਹਨਾਂ ਸਾਧਨਾਂ ਦੀ ਸਹਾਇਤਾ ਦੇ ਨਾਲ ਆਪਣਾ ਵਿਸ਼ਾ ਪ੍ਰਤੱਖ ਤੌਰ 'ਤੇ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਕਰਦਾ ਹੈ। ਤਾਂ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਇਹ ਫਿਰ ਇਸੇ ਕਰਕੇ ਹੀ ਇਹਨਾਂ ਦੀ ਲੋੜ ਅਤੇ ਇਹਨਾਂ ਦਾ ਮਹੱਤਵ ਹੈ ਜਿਹੜਾ ਉਹ ਇੱਕ ਕਲਾਸ ਦੇ ਵਿੱਚ, ਇੱਕ ਸ਼੍ਰੇਣੀ ਦੇ ਵਿੱਚ ਇੱਕ ਪਾਸੇ ਅਧਿਆਪਕ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ ਅਤੇ ਦੂਸਰੇ ਪਾਸੇ ਇਸ ਦਾ ਮਹੱਤਵ ਹੈ ਜਿਹੜਾ ਉਹ ਵਿਦਿਆਰਥੀਆਂ ਲਈ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਅਤੇ ਇਸ ਦਾ ਮਹੱਤਵ ਕਿਹਨਾਂ ਕਿਹਨਾਂ ਗੱਲਾਂ ਦੇ ਲਈ ਜ਼ਰੂਰੀ ਹੈ ਉਹ ਅਸੀਂ ਅੱਜ ਪੜ੍ਹਾਂਗੇ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਪ੍ਰੇਰਨਾਦਾਇਕ। ਇੱਕ ਅਧਿਆਪਕ ਦੇ ਲਈ ਜਦੋਂ ਉਹ ਕਲਾਸ ਦੇ ਵਿੱਚ ਸਾਰੀ ਆਪਣੀ ਸਮੱਗਰੀ ਵਿਸ਼ੇ ਦੇ ਨਾਲ ਸੰਬੰਧਿਤ ਲੈ ਕੇ ਜਾਂਦਾ ਹੈ ਤਾਂ ਵਿਦਿਆਰਥੀ ਉਸ ਚੀਜ਼ ਨੂੰ ਦੇਖ ਕੇ ਉਤਸੁਕ ਹੁੰਦੇ ਨੇ। ਵਿਦਿਆਰਥੀਆਂ ਨੂੰ ਜਦੋਂ ਉਹ ਵਿਸ਼ਾ ਸਮੱਗਰੀ ਦੇ ਥਰੂ ਅਧਿਆਪਕ ਦੁਆਰਾ ਸਮਝਾਇਆ ਜਾਂਦਾ ਹੈ ਤਾਂ ਵਿਦਿਆਰਥੀ ਉਸ ਦੇ ਵਿੱਚ ਰੁਚੀ ਲੈਂਦੇ ਹੈ। ਜਦੋਂ ਵਿਦਿਆਰਥੀ ਉਸ ਦੇ ਵਿੱਚ ਰੁਚੀ ਲੈਂਦੇ ਹੈ ਤਾਂ ਫਿਰ ਉਹ ਉਸ ਦੇ ਵਿਸ਼ੇ ਪ੍ਰਤੀ ਪ੍ਰੇਰਿਤ ਹੁੰਦੇ ਹੈ ਅਤੇ ਬਹੁਤ ਸਾਰੀ ਪ੍ਰੇਰਨਾ ਹੈ ਜਿਹੜੀ ਉਹ ਉਹਨਾਂ ਨੂੰ ਉਸ ਵਿਸ਼ੇ ਦੇ ਨਾਲ ਸੰਬੰਧਿਤ ਮਿਲ ਜਾਂਦੀ ਹੈ। ਉਸ ਤੋਂ ਬਾਅਦ ਅਗਲਾ ਪੁਆਇੰਟ ਹੈ ਸਾਰਥਕ ਅਨੁਭਵ। ਸਾਰਥਕ ਅਨੁਭਵ ਦਾ ਮਤਲਬ ਇਹੋ ਜਿਹਾ ਅਨੁਭਵ ਜਿਹੜਾ ਕਿ ਵਿਦਿਆਰਥੀ ਨੂੰ ਵਿਸ਼ੇ ਦੇ ਨਾਲ ਸੰਬੰਧਿਤ ਅਰਥਾਂ ਸਮੇਤ ਗ੍ਰਹਿਣ ਹੁੰਦਾ ਹੈ। ਇੱਕ ਅਧਿਆਪਕ ਜਦੋਂ ਆਪਣਾ ਕੋਈ ਵਿਸ਼ਾ ਪੜ੍ਹਾ ਰਿਹਾ ਹੈ ਉਹ ਉਦੋਂ ਹੀ ਸਮੇਤ ਅਰਥਾਂ ਦੇ ਵਿਦਿਆਰਥੀਆਂ ਨੂੰ ਅਨੁਭਵ ਕਰਾ ਸਕਦਾ ਹੈ ਜੇਕਰ ਉਹ ਪ੍ਰਤੱਖ ਰੂਪ ਦੇ ਵਿੱਚ ਵਿਸ਼ੇ ਦੇ ਨਾਲ ਸੰਬੰਧਿਤ ਸਮੱਗਰੀ ਨੂੰ ਕਲਾਸ ਦੇ ਵਿੱਚ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਕਰਦਾ ਹੈ। ਜਦੋਂ ਵਿਦਿਆਰਥੀ ਸੁਣਨ ਦੇ ਨਾਲ ਨਾਲ ਉਸ ਨਾਲ ਸੰਬੰਧਿਤ ਸਮੱਗਰੀ ਹੈ ਜਿਹੜੀ ਉਸ ਨੂੰ ਦੇਖਣਗੇ ਵੀ ਤਾਂ ਉਹਨਾਂ ਨੂੰ ਹੋਰ ਜ਼ਿਆਦਾ ਅਨੁਭਵ ਹੈ ਜਿਹੜਾ ਉਸ ਵਿਸ਼ੇ ਦਾ ਹੋਏਗਾ। ਕਹਿਣ ਦਾ ਮਤਲਬ ਕਿ ਉਸ ਵਿਸ਼ੇ ਦੇ ਵਿਚਲੇ ਅਰਥਾਂ ਦਾ ਪੂਰਾ ਗਿਆਨ ਹੈ ਜਿਹੜਾ ਉਹ ਵਿਦਿਆਰਥੀਆਂ ਨੂੰ ਹੋ ਜਾਏਗਾ ਅਤੇ ਵਿਦਿਆਰਥੀ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਲੈਣਗੇ। ਸਪਸ਼ਟੀਕਰਨ ਵਿੱਚ ਸਹਾਇਕ, ਇਹ ਪੁਆਇੰਟ ਵੀ ਪਹਿਲੇ ਪੁਆਇੰਟ ਦੇ ਨਾਲ ਚੰਗੀ ਤਰ੍ਹਾਂ ਮਤਲਬ ਮਿਲਦਾ ਹੈ ਜਾਂ ਸੰਬੰਧ ਰੱਖਦਾ ਹੈ। ਜਦੋਂ ਇੱਕ ਅਧਿਆਪਕ ਦੁਆਰਾ ਕੋਈ ਵੀ ਗੱਲ ਜੇਕਰ ਸਿਰਫ ਬੋਲ ਬਾਣੀ ਦੇ ਨਾਲ ਸਮਝਾਈ ਜਾਂਦੀ ਹੈ ਤਾਂ ਵਿਦਿਆਰਥੀ ਉਹਨੂੰ ਓਨੀ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ ਜਿੰਨੀ ਚੰਗੀ ਤਰ੍ਹਾਂ ਉਹ ਦ੍ਰਿਸ਼ਟੀ ਸਰੋਤ ਸਹਾਇਕ ਸਾਧਨਾਂ ਦੀ ਮਦਦ ਦੇ ਨਾਲ ਸਮਝ ਸਕਦੇ ਹੈ। ਕਿਉਂਕਿ ਜੇਕਰ ਵਿਦਿਆਰਥੀਆਂ ਨੂੰ ਕਲਾਸ ਦੇ ਵਿੱਚ ਪ੍ਰਤੱਖ ਚੀਜ਼ ਦਿਖਾਈ ਜਾਏਗੀ ਤਾਂ ਉਹ ਉਹਨਾਂ ਦੇ ਲਈ ਵਧੇਰੇ ਸਪਸ਼ਟ ਹੁੰਦੀ ਹੈ। ਇਸ ਦੇ ਲਈ ਮੈਂ ਇੱਕ ਉਦਾਹਰਣ ਪੇਸ਼ ਕਰਾਂਗੀ ਕਿ ਜੇਕਰ ਕਲਾਸ ਦੇ ਵਿੱਚ SST ਦੀ ਕਲਾਸ ਵਿੱਚ ਮੰਨ ਲਓ ਕਿ ਵਿਦਿਆਰਥੀਆਂ ਨੂੰ ਧਰਤੀ ਬਾਰੇ ਸਮਝਾਉਣਾ ਹੈ ਤਾਂ ਧਰਤੀ ਨੂੰ ਸਮਝਾਉਣ ਦੇ ਲਈ ਅਧਿਆਪਕ ਆਪਣਾ ਗਲੋਬ ਹੈ ਜਿਹੜਾ ਉਹ ਮਾਡਲ ਦੇ ਰੂਪ ਦੇ ਵਿੱਚ ਕਲਾਸ ਦੇ ਵਿੱਚ ਲੈ ਕੇ ਜਾਂਦਾ ਹੈ। ਜਦੋਂ ਉਹ ਕਲਾਸ ਵਿੱਚ ਲੈ ਕੇ ਜਾਏਗਾ ਤਾਂ ਗਲੋਬ ਦੇ ਵਿੱਚ ਅਧਿਆਪਕ ਨੇ ਵਿਦਿਆਰਥੀਆਂ ਨੂੰ ਇਹ ਸਮਝਾਉਣਾ ਹੈ ਕਿ ਧਰਤੀ ਦੇ ਕਿੰਨੇ ਹਿੱਸੇ ਦੇ ਵਿੱਚ ਪਾਣੀ ਹੈ ਅਤੇ ਕਿੰਨੇ ਹਿੱਸੇ ਦੇ ਵਿੱਚ ਵਸੋਂ ਹੈ, ਕਿੰਨੇ ਹਿੱਸੇ ਦੇ ਵਿੱਚ ਜੰਗਲ ਨੇ। ਤਾਂ ਇਹ ਸਾਰੀਆਂ ਗੱਲਾਂ ਸਮਝਾਉਣ ਦੇ ਲਈ ਵਿਦਿਆਰਥੀ ਨੂੰ ਅਧਿਆਪਕ ਕੀ ਕਰੇਗਾ, ਉਹ ਪੂਰਾ ਗਲੋਬ ਹੈ ਜਿਹੜਾ ਪ੍ਰਤੱਖ ਤੌਰ 'ਤੇ ਉਹਨਾਂ ਦੇ ਸਾਹਮਣੇ ਪੇਸ਼ ਕਰੇਗਾ। ਨਾਲ ਹੀ ਨਾਲ ਇਹ ਵੀ ਹੋ ਸਕਦਾ ਕਿ ਜਦੋਂ ਇੱਕ ਅਧਿਆਪਕ ਨੇ ਵਿਦਿਆਰਥੀਆਂ ਨੂੰ ਧਰਤੀ ਘੁੰਮਦੀ ਹੈ ਇਹ ਦੱਸਣਾ ਹੈ ਤਾਂ ਉੱਥੇ ਗਲੋਬ ਦੀ ਸਹਾਇਤਾ ਦੇ ਨਾਲ ਉਹ ਦੱਸ ਸਕਦਾ ਹੈ ਕਿ ਜਦੋਂ ਧਰਤੀ ਸੂਰਜ ਦੇ ਦੁਆਲੇ ਕਿਹੜੇ ਐਂਗਲ ਦੇ ਵਿੱਚ ਘੁੰਮਦੀ ਹੈ। ਤਾਂ ਫਿਰ ਜਦੋਂ ਪ੍ਰੋਜੈਕਟਰਾਂ ਦੀ ਸਹਾਇਤਾ ਨਾਲ, ਚਾਰਟਾਂ ਦੀ ਸਹਾਇਤਾ ਦੇ ਨਾਲ ਵਿਦਿਆਰਥੀਆਂ ਨੂੰ ਸਮਝਾਉਂਦਾ ਹੈ ਤਾਂ ਵਿਦਿਆਰਥੀਆਂ ਦੇ ਲਈ ਉਹ ਵਿਸ਼ਾ ਹੈ ਜਿਹੜਾ ਉਹ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ। ਉਸ ਤੋਂ ਬਾਅਦ ਹੈ ਕਿਰਿਆ ਦਾ ਸਿਧਾਂਤ। ਕਿਰਿਆ ਦੇ ਸਿਧਾਂਤ ਦੇ ਵਿੱਚ ਕੀ ਹੈ ਕਿ ਜਦੋਂ ਇੱਕ ਅਧਿਆਪਕ ਦੁਆਰਾ ਕਲਾਸ ਦੇ ਵਿੱਚ
ਕੋਈ ਸਮੱਗਰੀ ਲੈ ਕੇ ਆਂਦੀ ਜਾਂਦੀ ਹੈ ਤਾਂ ਫਿਰ ਇੱਕ ਪਾਸੇ ਅਧਿਆਪਕ ਖੁਦ ਕਿਰਿਆਸ਼ੀਲ ਹੈ, ਕਿਉਂਕਿ ਉਹ ਵੱਖ-ਵੱਖ ਕਿਰਿਆਵਾਂ ਕਰਕੇ ਵਿਦਿਆਰਥੀਆਂ ਨੂੰ ਦਿਖਾ ਰਿਹਾ ਹੈ। ਜਦੋਂ ਕਿਰਿਆਵਾਂ ਕਰਕੇ ਦਿਖਾ ਰਿਹਾ ਹੈ ਤਾਂ ਵਿਦਿਆਰਥੀ ਵੀ ਉਹਦੇ ਵਿੱਚ ਕਿਰਿਆਵਾਂ ਕਰਨ ਦੇ ਲਈ ਉਤਸੁਕ ਹੋ ਜਾਂਦੇ ਨੇ। ਮਤਲਬ ਕਈ ਵਾਰੀ ਕੋਈ ਇਹੋ ਜਿਹਾ ਵਿਸ਼ਾ ਪੜ੍ਹਾਇਆ ਜਾ ਰਿਹਾ ਜਿਸ ਦੇ ਵਿੱਚ ਵਿਦਿਆਰਥੀ ਤਰਕ ਕਰਦੇ ਹੈ, ਸਵਾਲ ਜਵਾਬ ਕਰਦੇ ਆ, ਆਪਣੇ ਅਧਿਆਪਕ ਨੂੰ ਪ੍ਰਸ਼ਨ ਪੁੱਛਦੇ ਹੈ ਅਤੇ ਕਈ ਵਾਰੀ ਵਾਦ ਵਿਵਾਦ ਵੀ ਅਧਿਆਪਕ ਦੁਆਰਾ ਜਿਹੜਾ ਬੱਚਿਆਂ ਦੇ ਵਿੱਚ ਕਰਵਾਇਆ ਜਾਂਦਾ ਹੈ। ਇਸ ਤਰ੍ਹਾਂ ਕਰਕੇ ਬੱਚੇ ਸਿਰਫ ਉਸ ਵੇਲੇ ਅਧਿਆਪਕ ਦੀ ਗੱਲ ਨੂੰ ਸੁਣ ਨਹੀਂ ਰਹੇ ਹੁੰਦੇ ਜਾਂ ਸਮਝ ਹੀ ਨਹੀਂ ਰਹੇ ਹੁੰਦੇ, ਸਗੋਂ ਖੁਦ ਵੀ ਕਿਰਿਆਸ਼ੀਲ ਹੋ ਜਾਂਦੇ ਹੈ। ਤਾਂ ਇਸ ਕਰਕੇ ਇਹ ਸਮੱਗਰੀ ਹੈ ਜਿਹੜੀ ਇੱਕ ਕਿਰਿਆ ਦੇ ਸਿਧਾਂਤ ਨੂੰ ਸਪਸ਼ਟ ਕਰਦੀ ਹੈ। ਉਸ ਤੋਂ ਬਾਅਦ ਵੰਨ ਸੁਵੰਨਤਾ ਉਤਪੰਨ ਕਰਨ ਦਾ ਸਾਧਨ। ਵੰਨ ਸੁਵੰਨਤਾ ਉਤਪੰਨ ਕਰਨ ਦੇ ਸਾਧਨ ਵਿੱਚ ਕੀ ਗੱਲ ਆ ਸਕਦੀ ਹੈ ਕਿ ਕਲਾਸ ਦੇ ਵਿੱਚ ਪੜ੍ਹਨ ਵਾਲੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਮਾਨਸਿਕਤਾ ਅਲੱਗ-ਅਲੱਗ ਹੁੰਦੀ ਹੈ, ਉਹਨਾਂ ਦੀਆਂ ਰੁਚੀਆਂ ਅਲੱਗ-ਅਲੱਗ ਹੁੰਦੀਆਂ ਨੇ। ਆਪਣੀ ਆਪਣੀ ਮਾਨਸਿਕ ਰੁਚੀ ਦੇ ਮੁਤਾਬਕ ਵਿਦਿਆਰਥੀ ਨੂੰ ਕੋਈ ਵਿਸ਼ਾ ਚੰਗਾ ਲੱਗਦਾ ਹੈ, ਕੋਈ ਵਿਸ਼ਾ ਚੰਗਾ ਨਹੀਂ ਲੱਗਦਾ। ਤਾਂ ਜਦੋਂ ਇੱਕ ਅਧਿਆਪਕ ਫਿਰ ਵੱਖ-ਵੱਖ ਸਮੱਗਰੀ ਕਲਾਸ ਦੇ ਵਿੱਚ ਲੈ ਕੇ ਆਉਂਦਾ ਹੈ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਹਰੇਕ ਵਿਦਿਆਰਥੀ ਨੂੰ ਉਸ ਦੀ ਰੁਚੀ ਮੁਤਾਬਕ ਜਦੋਂ ਸਮੱਗਰੀ ਪ੍ਰਾਪਤ ਹੁੰਦੀ ਹੈ ਤਾਂ ਉਹ ਉਸ ਵਿਸ਼ੇ ਦੇ ਵਿੱਚ ਹੋਰ ਜ਼ਿਆਦਾ ਉਸ ਵਿਸ਼ੇ ਦੇ ਨਾਲ ਵਿਦਿਆਰਥੀ ਜੁੜ ਜਾਂਦਾ ਹੈ, ਉਸ ਨੂੰ ਚੰਗੀ ਤਰ੍ਹਾਂ ਉਸ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਵਿਦਿਆਰਥੀਆਂ ਦੀ ਵੰਨ ਸੁਵੰਨਤਾ ਦੇ ਆਧਾਰ ਦੇ ਉੱਪਰ ਜਿਹੜੀ ਸਹਾਇਕ ਸਮੱਗਰੀ ਹੈ ਉਹ ਵੀ ਕਲਾਸ ਦੇ ਵਿੱਚ ਅਧਿਆਪਕ ਦੁਆਰਾ ਵਰਤੀ ਜਾਂਦੀ ਹੈ। ਉਸ ਤੋਂ ਬਾਅਦ ਅੱਗੇ ਆਉਂਦਾ ਹੈ ਗਿਆਨ ਦਾ ਸਥਾਈਕਰਨ। ਗਿਆਨ ਦੇ ਸਥਾਈਕਰਨ ਦੇ ਵਿੱਚ ਕੀ ਆਉਂਦਾ ਹੈ ਕਿ ਸਿੱਖੀ ਹੋਈ ਸਮੱਗਰੀ ਨੂੰ ਡੂੰਘਾ ਅਤੇ ਪੱਕਾ ਕਰਨ ਦੇ ਲਈ, ਸੰਕਲਪ ਨੂੰ ਸਥਾਈ ਅਤੇ ਸਪਸ਼ਟ ਕਰਨ ਲਈ ਅਤੇ ਅਧਿਆਪਨ ਨੂੰ ਪ੍ਰਭਾਵਸ਼ਾਲੀ ਅਤੇ ਸੰਜੀਵ ਬਣਾਉਣ ਦੇ ਲਈ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਨੇ ਜਿਹੜੇ ਉਹ ਆਪਣੀ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਨੇ। ਸਥਾਈਕਰਨ ਦਾ ਮਤਲਬ ਕਿ ਵਿਦਿਆਰਥੀ ਦੇ ਦਿਮਾਗ ਦੇ ਵਿੱਚ ਜਿਹੜਾ ਵਿਸ਼ਾ ਸਮੱਗਰੀ ਦੀ ਸਹਾਇਤਾ ਦੇ ਨਾਲ ਪੜ੍ਹਾਇਆ ਗਿਆ, ਸਾਧਨਾਂ ਦੀ ਸਹਾਇਤਾ ਨਾਲ ਪੜ੍ਹਾਇਆ ਗਿਆ, ਉਹ ਚੰਗੀ ਤਰ੍ਹਾਂ ਵਿਦਿਆਰਥੀ ਦੇ ਦਿਮਾਗ ਦੇ ਵਿੱਚ ਡੂੰਘਾ ਅਤੇ ਪੱਕਾ ਬੈਠ ਜਾਂਦਾ ਹੈ, ਜਿਹਦੇ ਕਰਕੇ ਵਿਦਿਆਰਥੀ ਲਈ ਉਹ ਵਿਸ਼ਾ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਅਤੇ ਦੂਸਰੇ ਪਾਸੇ ਅਧਿਆਪਕ ਦਾ ਅਧਿਆਪਨ ਵੀ ਜਿਹੜਾ ਹੈ ਕਾਰਜ ਉਹ ਪੂਰਾ ਪ੍ਰਭਾਵਸ਼ਾਲੀ ਬਣ ਜਾਂਦਾ ਹੈ। ਉਸ ਤੋਂ ਬਾਅਦ ਸਿੱਖਣ ਦੀ ਗਤੀ ਵਿੱਚ ਤੇਜ਼ੀ। ਜਦੋਂ ਇੱਕ ਅਧਿਆਪਕ ਦੁਆਰਾ ਸਹਾਇਕ ਸਮੱਗਰੀ ਦੀ ਸਹਾਇਤਾ ਦੇ ਨਾਲ ਸਰੋਤ ਸਹਾਇਕ ਸਾਧਨਾਂ ਦੀ ਮਦਦ ਦੇ ਨਾਲ ਵਿਦਿਆਰਥੀਆਂ ਨੂੰ ਵਿਸ਼ੇ ਪੜ੍ਹਾਏ ਜਾਂਦੇ ਹੈ ਤਾਂ ਉਸ ਵੇਲੇ ਵਿਦਿਆਰਥੀ ਵਧੇਰੇ ਉਤਸੁਕ ਹੁੰਦੇ ਹੈ। ਜਦੋਂ ਉਹ ਉਤਸੁਕ ਹੁੰਦੇ ਹੈ ਉਹਨਾਂ ਦੀ ਹਰੇਕ ਵਿਸ਼ੇ ਦੇ ਵਿੱਚ ਰੁਚੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿੰਨੀ ਉਹਨਾਂ ਦੇ ਵਿੱਚ ਰੁਚੀ ਪੈਦਾ ਹੋਏਗੀ, ਉਹਨਾਂ ਦੀ ਮਾਨਸਿਕਤਾ ਤੇਜ਼ ਹੋਏਗੀ, ਓਨਾ ਹੀ ਉਹਨਾਂ ਦੀ ਸਿੱਖਣ ਦੀ ਗਤੀ ਹੈ ਜਿਹੜੀ ਉਹ ਜ਼ਿਆਦਾ ਹੋ ਜਾਏਗੀ। ਕਿਉਂਕਿ ਜਿਹੜੇ ਵਿਸ਼ੇ ਦੇ ਵਿੱਚ ਬੱਚਿਆਂ ਦਾ ਇੰਟਰਸਟ ਨਹੀਂ ਹੈ, ਬੱਚਿਆਂ ਦੀ ਰੁਚੀ ਨਹੀਂ ਹੈ, ਉਸ ਵਿਸ਼ੇ ਨੂੰ ਨਾ ਤਾਂ ਉਹ ਸਮਝ ਪਾਉਣਗੇ ਅਤੇ ਨਾ ਹੀ ਉਸ ਦੇ ਵਿੱਚ ਕੋਈ ਆਪਣਾ ਜਿਹੜੀ ਖਿੱਚ ਹੈ ਉਹ ਦਿਖਾਉਣਗੇ। ਜਦੋਂ ਫਿਰ ਉਹਨਾਂ ਨੂੰ ਸਹਾਇਕ ਸਾਧਨਾਂ ਦੀ ਮਦਦ ਦੇ ਨਾਲ ਸਮਝਾਇਆ ਜਾਂਦਾ ਹੈ ਤਾਂ ਫਿਰ ਉਹ ਉਤਸੁਕ ਵੀ ਹੋਣਗੇ, ਰੁਚੀ ਵੀ ਦਿਖਾਉਣਗੇ ਅਤੇ ਬੜੀ ਤੇਜ਼ੀ ਦੇ ਨਾਲ ਸਿੱਖ ਲੈਣਗੇ। ਸਮੇਂ ਅਤੇ ਸ਼ਕਤੀ ਦੀ ਬੱਚਤ। ਇਸ ਦੇ ਵਿੱਚ ਇੱਕ ਪੁਆਇੰਟ ਮੈਂ ਇਹ ਦੱਸਣਾ ਚਾਹਾਂਗੀ ਕਿ ਵਿਦਿਆਰਥੀ ਨੂੰ ਅਧਿਆਪਕ ਦੁਆਰਾ ਪ੍ਰਤੱਖ ਅਤੇ ਅਪਰਤੱਖ ਦੋ ਤਰੀਕਿਆਂ ਦੇ ਨਾਲ ਪੜ੍ਹਾਇਆ ਜਾਂਦਾ ਹੈ। ਜਦੋਂ ਫਿਰ ਇੱਕ ਅਧਿਆਪਕ ਦ੍ਰਿਸ਼ਟੀ ਸਰੋਤ ਸਹਾਇਕ ਸਾਧਨਾਂ ਦੀ ਵਰਤੋਂ ਕਰਦਾ ਹੈ ਜਾਂ ਉਹਨਾਂ ਦੀ ਮਦਦ ਇੱਕ ਕਲਾਸ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਲੈਂਦਾ ਹੈ ਤਾਂ ਉਸ ਵੇਲੇ ਫਿਰ ਉਹ ਪ੍ਰਤੱਖ ਜਿਹੜਾ ਹੈ ਆਪਣੀ ਸਿੱਖਿਆ ਬੱਚਿਆਂ ਨੂੰ ਦੇ ਰਿਹਾ। ਕਹਿਣ ਦਾ ਮਤਲਬ ਜੋ ਕੁਛ ਉਹ ਪੜ੍ਹਾ ਰਿਹਾ, ਜੋ ਕੁਛ ਉਹ ਸਮਝਾ ਰਿਹਾ ਜਾਂ ਜੋ ਕੁਛ ਉਹ ਬੋਲ ਰਿਹਾ, ਉਸ ਦੇ ਨਾਲ ਸੰਬੰਧਿਤ ਪ੍ਰਤੱਖ ਰੂਪ ਦੇ ਵਿੱਚ ਸਾਰੀ ਸਮੱਗਰੀ ਵਿਦਿਆਰਥੀਆਂ ਦੇ ਸਾਹਮਣੇ ਉਹ ਪੇਸ਼ ਕਰ ਰਿਹਾ ਹੈ। ਜਦੋਂ ਫਿਰ ਵਿਦਿਆਰਥੀਆਂ ਦੇ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਸਾਰਾ ਕੁਛ ਹੈ ਤਾਂ ਉਹੀ ਗਿਆਨ ਦਾ ਸਥਾਈਕਰਨ ਹੈ ਜਿਹੜਾ ਬੱਚੇ ਦੇ ਮਨ ਦੇ ਵਿੱਚ ਪੱਕਾ ਹੋ ਜਾਂਦਾ ਹੈ। ਡੂੰਘਾਈ ਦੇ ਤੌਰ 'ਤੇ, ਡੂੰਘੇ ਤੌਰ 'ਤੇ ਵਿਦਿਆਰਥੀ ਉਸ ਵਿਸ਼ੇ ਨੂੰ ਸਮਝ ਲੈਂਦਾ ਹੈ। ਜਦੋਂ ਫਿਰ ਵਿਦਿਆਰਥੀ ਉਸ ਵਿਸ਼ੇ ਨੂੰ ਸਥਾਈਕਰਨ ਉਸ ਵਿਸ਼ੇ ਦਾ ਕਰ ਲੈਂਦਾ ਹੈ ਤਾਂ ਉਸ ਤੋਂ ਬਾਅਦ ਅਧਿਆਪਕ ਨੂੰ ਬਾਰ-ਬਾਰ ਉਹ ਵਿਸ਼ਾ ਪੜ੍ਹਾਉਣ ਦੀ ਜ਼ਰੂਰਤ ਨਹੀਂ ਪੈਂਦੀ, ਜਿਸ ਕਰਕੇ ਇੱਕ ਪਾਸੇ ਅਧਿਆਪਕ ਦਾ ਸਮਾਂ ਬਚਦਾ ਹੈ ਅਤੇ ਦੂਸਰੇ ਪਾਸੇ ਉਸ ਦੀ ਸ਼ਕਤੀ ਦੀ ਵੀ ਬਚਤ ਹੋ ਜਾਂਦੀ ਹੈ। ਉਸ ਤੋਂ ਬਾਅਦ ਹੈ ਅਗਲਾ ਮਨੋਵਿਗਿਆਨਕ ਉਪਯੋਗਤਾ। ਮਨੋਵਿਗਿਆਨਕ ਉਪਯੋਗਤਾ ਦੇ ਵਿੱਚ ਕੀ ਹੈ? ਮਨੋਵਿਗਿਆਨਕ ਸਿਧਾਂਤਾਂ ਦੇ ਅਨੁਸਾਰ ਸਿਧਾਂਤ ਇਹੀ ਕਹਿੰਦੇ ਨੇ ਕਿ ਸਹਾਇਕ ਸਮੱਗਰੀ ਦੀ ਵਰਤੋਂ
ਇਸ ਦੇ ਉੱਪਰ ਆਧਾਰਿਤ ਹੈ। ਦ੍ਰਿਸ਼ਟੀ ਸਰੋਤ ਸਹਾਇਕ ਸਾਧਨਾਂ ਦੀ ਵਰਤੋਂ ਨੂੰ ਮਨੋਵਿਗਿਆਨਕ ਸਿਧਾਂਤਾਂ ਦੇ ਅਨੁਕੂਲ ਮੰਨਿਆ ਜਾਂਦਾ ਹੈ। ਕਿਉਂ? ਕਿਉਂਕਿ ਮਨੋਵਿਗਿਆਨਕ ਇਹ ਦਾਅਵਾ ਕਰਦੇ ਆ ਇਸ ਗੱਲ ਦਾ ਕਿ ਇਹਨਾਂ ਦੁਆਰਾ ਸਿੱਖਣ ਵਿਧੀਆਂ ਵਧੇਰੇ ਟਿਕਾਊ ਹੁੰਦੀਆਂ ਨੇ, ਕਿਉਂਕਿ ਇਹ ਸਿੱਧਾ ਗਿਆਨ ਇੰਦਰੀਆਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਸਿੱਖਣ ਵਧੀਆ ਹੁੰਦਾ ਹੈ ਅਤੇ ਚਿਰਸਥਾਈ ਵੀ ਹੁੰਦਾ ਹੈ। ਕਹਿਣ ਦਾ ਮਤਲਬ ਕਿ ਬੱਚਿਆਂ ਦੀ ਮਾਨਸਿਕਤਾ ਦੇ ਉੱਪਰ ਇਸ ਚੀਜ਼ ਦਾ ਪ੍ਰਭਾਵ ਪੈਂਦਾ ਜਦੋਂ ਉਹਨਾਂ ਨੂੰ ਸਹਾਇਕ ਸਮੱਗਰੀ ਦੀ ਮਦਦ ਦੇ ਨਾਲ ਪੜ੍ਹਾਇਆ ਜਾਂਦਾ ਹੈ। ਅਤੇ ਜਿਹੜੀ ਚੀਜ਼ ਬੱਚਿਆਂ ਦੀ ਇੱਕ ਵਾਰੀ ਮਾਨਸਿਕਤਾ ਦੇ ਵਿੱਚ ਆ ਜਾਂਦੀ ਹੈ, ਇਹ ਫਿਰ ਮਨੋਵਿਗਿਆਨਕ ਸਿਧਾਂਤਾਂ ਦੇ ਅਨੁਸਾਰ ਚਿਰਸਥਾਈ ਵੀ ਹੋ ਜਾਂਦੀ ਹੈ ਅਤੇ ਵਿਦਿਆਰਥੀ ਦੇ ਦਿਮਾਗ ਦੇ ਵਿੱਚ ਪੱਕੀ ਵੀ ਹੋ ਜਾਂਦੀ ਹੈ। ਉਸ ਤੋਂ ਬਾਅਦ ਵਿਗਿਆਨਕ ਦ੍ਰਿਸ਼ਟੀਕੋਣ ਦਾ ਵਿਕਾਸ। ਜਦੋਂ ਫਿਰ ਵਿਦਿਆਰਥੀਆਂ ਨੂੰ ਸਹਾਇਕ ਸਾਧਨਾਂ ਦੀ ਮਦਦ ਦੇ ਨਾਲ ਪੜ੍ਹਾਇਆ ਜਾਂਦਾ ਹੈ ਤਾਂ ਉਦੋਂ ਉਹਨਾਂ ਦਾ ਵਿਗਿਆਨਕ ਦ੍ਰਿਸ਼ਟੀਕੋਣ ਹੈ ਜਿਹੜਾ ਉਹ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਦਾ ਮਤਲਬ ਕੀ ਹੈ ਕਿ ਬੱਚੇ ਵਿਗਿਆਨਕ ਦ੍ਰਿਸ਼ਟੀ ਤੋਂ ਸੋਚਣਾ ਸ਼ੁਰੂ ਕਰ ਦਿੰਦੇ ਹੈ। ਜਦੋਂ ਉਹਨਾਂ ਨੂੰ ਸਹਾਇਕ ਸਾਧਨਾਂ ਦੁਆਰਾ ਪੜ੍ਹਾਇਆ ਜਾਂਦਾ, ਪ੍ਰਤੱਖ ਤੌਰ 'ਤੇ ਸਾਰਾ ਕੁਝ ਉਹਨਾਂ ਦੇ ਸਾਹਮਣੇ ਕੀਤਾ ਜਾਂਦਾ, ਤਾਂ ਵਿਗਿਆਨਕ ਤੌਰ 'ਤੇ ਉਹ ਉਹਨਾਂ ਚੀਜ਼ਾਂ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਨ। ਉਸ ਤੋਂ ਬਾਅਦ ਅਗਲਾ ਹੈ ਜੀ ਕਲਪਨਾ ਸ਼ਕਤੀ ਦਾ ਵਿਕਾਸ। ਜਦੋਂ ਅਧਿਆਪਕ ਦੁਆਰਾ ਬੱਚਿਆਂ ਨੂੰ ਸਹਾਇਕ ਸਮੱਗਰੀ ਦੀ ਸਹਾਇਤਾ ਦੇ ਨਾਲ ਵਿਸ਼ੇ ਪੜ੍ਹਾਏ ਜਾਂਦੇ ਹੈ, ਉਹਨਾਂ ਵਿਸ਼ਿਆਂ ਬਾਰੇ ਜਦੋਂ ਬੱਚਿਆਂ ਦੀ ਜਾਣਕਾਰੀ ਹੋਣੀ ਸ਼ੁਰੂ ਹੁੰਦੀ ਹੈ, ਬੱਚਿਆਂ ਨੂੰ ਉਹਨਾਂ ਦਾ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ, ਉਸ ਗਿਆਨ ਦਾ ਸਥਾਈਕਰਨ ਹੋਣਾ ਸ਼ੁਰੂ ਹੋ ਜਾਂਦਾ ਹੈ, ਬੱਚੇ ਉਸ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਨੇ, ਤਾਂ ਫਿਰ ਉਹ ਅਧਿਆਪਕ ਦੇ ਪੜ੍ਹਾਉਣ ਤੋਂ ਬਾਅਦ ਵੀ ਉਹਨਾਂ ਵਿਸ਼ਿਆਂ ਬਾਰੇ ਆਪਣੀ ਕਲਪਨਾ ਕਰਨੀ ਸ਼ੁਰੂ ਕਰ ਦਿੰਦੇ ਹੈ। ਜਦੋਂ ਫਿਰ ਉਹ ਕਲਪਨਾ ਕਰਨੀ ਸ਼ੁਰੂ ਕਰਦੇ ਨੇ ਤਾਂ ਉਹਨਾਂ ਦੀ ਕਲਪਨਾ ਸ਼ਕਤੀ ਹੌਲੀ ਹੌਲੀ ਵਧਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਰਕੇ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਨੇ ਜਿਹੜੇ ਬੱਚਿਆਂ ਦੀ, ਵਿਦਿਆਰਥੀਆਂ ਦੀ ਕਲਪਨਾ ਸ਼ਕਤੀ ਵਧਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਨੇ, ਬਹੁਤ ਜ਼ਿਆਦਾ ਸਹਾਈ ਹੁੰਦੇ ਨੇ। ਅਗਲਾ ਪੁਆਇੰਟ ਹੈ ਪ੍ਰਾਇਮਰੀ ਸ਼੍ਰੇਣੀਆਂ ਵਿੱਚ ਵਿਸ਼ੇਸ਼ ਉਪਯੋਗਤਾ। ਪ੍ਰਾਇਮਰੀ ਸ਼੍ਰੇਣੀਆਂ ਦਾ ਮਤਲਬ ਕਿ ਛੋਟੇ ਬੱਚੇ ਹੁੰਦੇ ਆ ਜਿਹੜੇ, ਉਹਨਾਂ ਦੇ ਵਿੱਚ ਇਸ ਚੀਜ਼ ਦੀ ਵਿਸ਼ੇਸ਼ ਉਪਯੋਗਤਾ ਕਿਵੇਂ ਹੁੰਦੀ ਹੈ ਕਿ ਜਿਹੜੇ ਛੋਟੇ ਬੱਚੇ ਹੈ ਉਹ ਚੀਜ਼ਾਂ ਨੂੰ ਸੁਣਨ ਦੀ ਬਜਾਏ ਵੇਖਣ ਦੇ ਵਿੱਚ ਜ਼ਿਆਦਾ ਦਿਲਚਸਪੀ ਲੈਂਦੇ ਹੈ। ਜ਼ਿਆਦਾ ਉਹਨਾਂ ਦੀ ਉਤਸੁਕਤਾ ਉਦੋਂ ਹੁੰਦੀ ਹੈ ਜਦੋਂ ਇੱਕ ਅਧਿਆਪਕ ਦੁਆਰਾ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਕੋਈ ਸਮੱਗਰੀ ਲਿਆਂਦੀ ਜਾਂਦੀ ਹੈ, ਕਿਉਂਕਿ ਬੱਚਿਆਂ ਨੂੰ ਹਮੇਸ਼ਾ ਖੇਡ ਵਿਧੀ ਦੇ ਨਾਲ ਹੀ ਪੜ੍ਹਨਾ ਚੰਗਾ ਲੱਗਦਾ ਹੈ। ਕਈ ਵਾਰੀ ਅਧਿਆਪਕ ਕਲਾਸ ਦੇ ਵਿੱਚ ਇਹੋ ਜਿਹੀ ਸਮੱਗਰੀ ਲੈ ਕੇ ਆਉਂਦਾ ਹੈ ਜਿਹੜਾ ਵਿਦਿਆਰਥੀਆਂ ਦੇ ਲਈ ਬੋਝ ਨਹੀਂ ਲੱਗਦਾ, ਵਿਦਿਆਰਥੀਆਂ ਨੂੰ ਨਹੀਂ ਲੱਗਦਾ ਕਿ ਉਹ ਪੜ੍ਹਾਈ ਕਰਦੇ ਹੈ। ਇਸੇ ਤਰ੍ਹਾਂ ਖੇਡ ਦੇ ਵਿੱਚ ਹੀ ਅਧਿਆਪਕ ਦੁਆਰਾ ਵਿਦਿਆਰਥੀਆਂ ਨੂੰ ਪੜ੍ਹਾ ਦਿੱਤਾ ਜਾਂਦਾ ਹੈ ਅਤੇ ਵਿਦਿਆਰਥੀਆਂ ਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਲੱਗਦਾ, ਅਤੇ ਇਸ ਤਰ੍ਹਾਂ ਵਿਦਿਆਰਥੀ ਨੇ ਜਿਹੜੇ ਉਸ ਚੀਜ਼ ਦੇ ਵਿੱਚ ਰੁਚੀ ਲੈਂਦੇ ਨੇ। ਤਾਂ ਆਮ ਤੌਰ 'ਤੇ ਇਹ ਸਿਧਾਂਤ ਹੈ ਜਿਹੜੇ, ਜਾਂ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਨੇ, ਇਸ ਸਿਧਾਂਤ ਦੇ ਉੱਪਰ ਵੀ ਪੂਰੇ ਉਤਰਦੇ ਨੇ ਕਿ ਛੋਟੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਨੇ ਉਹ ਬਹੁਤ ਕਾਰਗਰ ਸਿੱਧ ਹੁੰਦੇ ਹੈ। ਮੰਦ ਬੁੱਧੀ ਵਾਲੇ ਵਿਦਿਆਰਥੀਆਂ ਲਈ ਉਪਯੋਗੀ। ਬਹੁਤ ਸਾਰੇ ਵਿਦਿਆਰਥੀ ਇਹੋ ਜਿਹੇ ਹੁੰਦੇ ਹੈ ਜਿਨ੍ਹਾਂ ਦੀ ਬੁੱਧੀ ਹੈ ਜਿਹੜੀ ਉਹ ਔਸਤ ਬੱਚਿਆਂ ਦੇ ਨਾਲੋਂ ਘੱਟ ਹੁੰਦੀ ਹੈ। ਉਹ ਛੇਤੀ ਕਿਤੇ ਅਧਿਆਪਕ ਦੁਆਰਾ ਪੜ੍ਹਾਇਆ ਜਾਣ ਵਾਲਾ ਵਿਸ਼ਾ ਜਿਹੜਾ ਉਸ ਨੂੰ ਪਕੜ ਨਹੀਂ ਪਾਉਂਦੇ, ਉਹ ਪਿੱਛੇ ਰਹਿ ਜਾਂਦੇ ਨੇ, ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਅਧਿਆਪਕ ਦੁਆਰਾ ਉਹਨਾਂ ਨੂੰ ਕੀ ਪੜ੍ਹਾਇਆ ਜਾ ਰਿਹਾ ਹੈ। ਜੇਕਰ ਦ੍ਰਿਸ਼ਟੀ ਸਰੋਤ ਸਹਾਇਕ ਸਾਧਨਾਂ ਦੀ ਮਦਦ ਦੇ ਨਾਲ ਪ੍ਰਤੱਖ ਤੌਰ 'ਤੇ ਸਾਰੀ ਚੀਜ਼ ਉਹਨਾਂ ਦੇ ਸਾਹਮਣੇ ਪੇਸ਼ ਕੀਤੀ ਜਾਏਗੀ ਤਾਂ ਉਹ ਦੂਸਰੇ ਵਿਦਿਆਰਥੀਆਂ ਦੀ ਤਰ੍ਹਾਂ ਹੀ ਉਹਨਾਂ ਚੀਜ਼ਾਂ ਨੂੰ ਸਮਝ ਵੀ ਸਕਦੇ ਹੈ, ਉਹਨਾਂ ਚੀਜ਼ਾਂ ਨੂੰ ਦੇਖ ਵੀ ਸਕਦੇ ਹੈ। ਜਦੋਂ ਉਹ ਦੇਖਣਗੇ ਤਾਂ ਉਹ ਹੌਲੀ ਹੌਲੀ ਚੀਜ਼ਾਂ ਉਹਨਾਂ ਦੇ ਸਾਹਮਣੇ ਸਪਸ਼ਟ ਹੋਣੀਆਂ ਸ਼ੁਰੂ ਹੋ ਜਾਣਗੀਆਂ। ਇਸ ਤਰ੍ਹਾਂ ਕਰਨ ਦੇ ਨਾਲ ਵਿਸ਼ਾ ਸਮਝਾਉਣ ਦੇ ਵਿੱਚ ਅਧਿਆਪਕ ਨੂੰ ਵੀ ਜਿਹੜੀ ਹੈ ਸਰਲਤਾ ਮਹਿਸੂਸ ਹੁੰਦੀ ਹੈ ਅਤੇ ਸਪਸ਼ਟ ਰੂਪ ਦੇ ਵਿੱਚ ਉਹ ਆਪਣੀ ਗੱਲ ਉਹਨਾਂ ਵਿਦਿਆਰਥੀਆਂ ਦੇ ਅੱਗੇ ਰੱਖਣੀ ਸ਼ੁਰੂ ਕਰ ਦਿੰਦਾ ਹੈ। ਉਸ ਤੋਂ ਬਾਅਦ ਅੱਗੇ ਹੈ ਜੀ ਸਿੱਖਿਆ ਵਿੱਚ ਕੁਸ਼ਲਤਾ। ਸਿੱਖਿਆ ਦੇ ਵਿੱਚ ਕੁਸ਼ਲਤਾ ਮਤਲਬ ਸਿੱਖਿਆ ਦੇ ਵਿੱਚ ਵਿਦਿਆਰਥੀਆਂ ਦੀ ਪੂਰੀ ਕੁਸ਼ਲਤਾ ਪੈਦਾ ਕਰਨ ਦੇ ਲਈ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਬਹੁਤ ਜ਼ਿਆਦਾ ਜ਼ਰੂਰੀ ਨੇ। ਇੱਕ ਅਧਿਆਪਕ ਜਦੋਂ ਵਿਦਿਆਰਥੀਆਂ ਨੂੰ ਕਲਾਸ ਦੇ ਵਿੱਚ ਪੜ੍ਹਾ ਰਿਹਾ ਹੈ, ਵਿਦਿਆਰਥੀ ਰੁਚੀ ਲੈ ਰਹੇ ਨੇ, ਉਤਸੁਕ ਹਨ, ਤਾਂ ਉਸ ਦੇ ਨਾਲ ਕੀ ਹੈ ਕਿ ਅਧਿਆਪਕ ਦਾ ਵਿਸ਼ਾ ਜਿਹੜਾ ਉਹ ਪੂਰੀ ਤਰ੍ਹਾਂ ਵਿਦਿਆਰਥੀਆਂ ਲਈ ਸਪਸ਼ਟ ਹੋ ਗਿਆ ਹੈ, ਵਿਦਿਆਰਥੀਆਂ ਲਈ ਸਰਲ ਬਣ ਗਿਆ ਹੈ, ਪ੍ਰਭਾਵਸ਼ਾਲੀ ਬਣ ਗਿਆ ਹੈ ਅਤੇ ਉਹਨਾਂ ਦੀ ਸਮਝ ਦੇ ਵਿੱਚ ਆ ਗਿਆ। ਅਤੇ ਇਸ ਤਰ੍ਹਾਂ ਸਿੱਖਿਆ ਦੇ ਵਿੱਚ ਸਿੱਖਿਆ ਨੂੰ ਕੁਸ਼ਲ ਬਣਾਉਣ ਲਈ, ਹੋਰ ਜ਼ਿਆਦਾ ਉਪਯੋਗੀ ਬਣਾਉਣ ਲਈ, ਹੋਰ ਜ਼ਿਆਦਾ ਬੱਚਿਆਂ ਲਈ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਨੇ ਜਿਹੜੇ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਨੇ, ਉਹਨਾਂ ਦੀ ਮਹੱਤਤਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਅਗਲਾ ਪੁਆਇੰਟ ਜਿਹੜਾ ਹੈ ਉਹ ਹੈ ਭਾਸ਼ਾ ਸਿੱਖਿਆ ਵਿੱਚ ਮਹੱਤਤਾ।
ਭਾਸ਼ਾ ਸਿੱਖਿਆ ਵਿੱਚ ਕੀ ਮਹੱਤਤਾ ਹੈ? ਜਦੋਂ ਦ੍ਰਿਸ਼ਟੀ ਸਰੋਤ ਸਹਾਇਕ ਸਾਧਨਾਂ ਨੂੰ ਇੱਕ ਭਾਸ਼ਾ ਦਾ ਅਧਿਆਪਕ ਵਰਤਦਾ ਹੈ ਤਾਂ ਉਸ ਵੇਲੇ ਵਿਦਿਆਰਥੀ ਖਾਸ ਤੌਰ 'ਤੇ ਵਿਆਕਰਨਿਕ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝਣਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਨੂੰ ਇਸ ਚੀਜ਼ ਦਾ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ ਹੈ ਕਿ ਭਾਸ਼ਾ ਹੈ ਜਿਹੜੀ ਉਹ ਵਿਆਕਰਨਿਕ ਨਿਯਮਾਂ ਦੇ ਉੱਪਰ ਕਿਸ ਤਰ੍ਹਾਂ ਖਰੀ ਉਤਰਦੀ ਹੈ, ਕਿਸ ਤਰ੍ਹਾਂ ਵਿਆਕਰਨਿਕ ਨਿਯਮਾਂ ਦੇ ਆਧਾਰ ਦੇ ਉੱਪਰ ਭਾਸ਼ਾ ਹੈ ਜਿਹੜੀ ਉਸ ਨੂੰ ਸਿੱਖਿਆ ਜਾ ਸਕਦਾ ਹੈ, ਉਸ ਦੀ ਸ਼ਬਦਾਵਲੀ ਨੂੰ ਕਿਸ ਤਰ੍ਹਾਂ ਵਧਾਇਆ ਜਾ ਸਕਦਾ ਹੈ। ਦ੍ਰਿਸ਼ਟੀ ਸਰੋਤ ਸਹਾਇਕ ਸਾਧਨਾਂ ਦੀ ਮਦਦ ਦੇ ਨਾਲ ਇੱਕ ਪਾਸੇ ਵਿਦਿਆਰਥੀਆਂ ਦੇ ਸ਼ਬਦ ਭੰਡਾਰ ਦੇ ਵਿੱਚ ਵਾਧਾ ਹੁੰਦਾ ਹੈ, ਦੂਸਰੇ ਪਾਸੇ ਵਿਆਕਰਨਿਕ ਨਿਯਮਾਂ ਦੀ ਜਾਣਕਾਰੀ ਮਿਲਦੀ ਹੈ, ਤੀਸਰੇ ਪਾਸੇ ਸਾਹਿਤ ਪ੍ਰਤੀ ਵੀ ਜਿਹੜੀ ਇੱਕ ਭਾਸ਼ਾ ਦਾ ਅਧਿਆਪਕ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ, ਜਦੋਂ ਉਹ ਦ੍ਰਿਸ਼ਟੀ ਸਰੋਤ ਸਹਾਇਕ ਸਾਧਨਾਂ ਦੀ ਮਦਦ ਲੈਂਦਾ ਹੈ ਤਾਂ ਉਸ ਵੇਲੇ ਵੀ ਇੱਕ ਅਧਿਆਪਕ ਵਿਦਿਆਰਥੀਆਂ ਨੂੰ ਸਮਝਾਉਣ ਦੇ ਲਈ ਸਹਾਇਕ ਸਮੱਗਰੀ ਦੀ ਵਰਤੋਂ ਕਰਕੇ ਬਹੁਤ ਸਾਰਾ ਸਾਹਿਤ ਦਾ ਗਿਆਨ ਹੈ ਜਿਹੜਾ ਉਹ ਵਿਦਿਆਰਥੀਆਂ ਤੱਕ ਪਹੁੰਚਾ ਸਕਦਾ ਹੈ। ਇਸ ਤਰ੍ਹਾਂ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਨੇ ਜਿਹੜੇ ਉਹ ਅੱਜ ਦੇ ਸਮੇਂ ਦੇ ਵਿੱਚ ਇੱਕ ਵਿਦਿਆਰਥੀ ਲਈ ਅਤੇ ਦੂਸਰੇ ਪਾਸੇ ਇੱਕ ਅਧਿਆਪਕ ਲਈ ਬਹੁਤ ਜ਼ਿਆਦਾ ਉਪਯੋਗੀ ਹਨ। ਅਧਿਆਪਕ ਇਹਨਾਂ ਦ੍ਰਿਸ਼ਟੀ ਸਰੋਤ ਸਹਾਇਕ ਸਾਧਨਾਂ ਦੀ ਮਦਦ ਦੇ ਨਾਲ ਆਪਣੇ ਵਿਸ਼ੇ ਨੂੰ, ਆਪਣੇ ਟੌਪਿਕ ਨੂੰ ਪ੍ਰਭਾਵਸ਼ਾਲੀ, ਰੌਚਕ, ਵਿਦਿਆਰਥੀਆਂ ਲਈ ਸਰਲ ਅਤੇ ਸਪਸ਼ਟ ਬਣਾ ਸਕਦਾ ਹੈ। ਧੰਨਵਾਦ।